ਪੰਜਾਬ ਦੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਤਗੜਾ ਝਟਕਾ ਦਿੱਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣਾ ਹੁਣ ਹੋਰ ਮਹਿੰਗਾ ਹੋ ਗਿਆ। ਐਂਬੂਲੈਂਸ ਚਾਰਜ 5 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਮੀਟਰ ਵਸੂਲਿਆ ਜਾਵੇਗਾ। ਜੀ ਹਾਂ, ਡਬਲ ਨਹੀਂ ਸਗੋਂ ਤਿਗਣਾ ਰੇਟ ਕਰ ਦਿੱਤਾ ਗਿਆ ਐਂਬੂਲੈਂਸ ਚਾਰਜ ਦਾ। OPD ਰਜਿਸਟ੍ਰੇਸ਼ਨ ਫੀਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤੀ ਗਈ ਹੈ। ਭਰਤੀ ਲਈ ਹੁਣ 25 ਰੁਪਏ ਦੀ ਥਾਂ 40 ਰੁਪਏ ਦੇਣੇ ਪੈਣਗੇ। ਮਾਈਨਰ ਸਰਜਰੀ ਦੇ ਲਈ 100 ਰੁਪਏ ਦੀ ਥਾਂ ਹੁਣ 250 ਰੁਪਏ ਫੀਸ ਵਸੂਲੀ ਜਾਵੇਗੀ। ਸਾਰੇ ਖਰਚੇ ਤੁਹਾਡੀ ਟੀਵੀ ਸਕਰੀਨ ਤੇ ਤੁਸੀਂ ਵੇਖ ਪਾ ਰਹੇ ਹੋ। ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਆਪਣੀ ਆਮਦਨ ਵਧਾਉਣ ਦਾ ਜ਼ਰੀਆ ਲੱਭ ਲਿਆ ਤੇ ਸਿੱਧਾ ਬੋਝ ਆਮ ਜਨਤਾ ਦੇ ਉੱਪਰ ਪਾਇਆ ਜਾ ਰਿਹਾ ਹੈ। ਮੇਜਰ ਸਰਜਰੀ ਦੇ ਲਈ ਹੁਣ 750 ਦੀ ਥਾਂ 1200 ਰੁਪਏ ਫੀਸ ਵਸੂਲੇ ਜਾਣਗੇ। ਪਰ ਜਿਹੜੀ ਸਭ ਤੋਂ ਵੱਡੀ ਸਭ ਤੋਂ ਖਾਸ ਗੱਲ ਸਾਰੇ ਲਿਸਟ ਵਿੱਚੋਂ ਨਿਕਲ ਕੇ ਆ ਰਹੀ ਹੈ ਉਹ ਹੈ ਐਂਬੂਲੈਂਸ ਦਾ ਖਰਚਾ। ਜੀ ਹਾਂ, ਸਰਕਾਰ ਨੇ ਐਂਬੂਲੈਂਸ ਚਾਰਜ ਜਿਸ ਢੰਗ ਦੇ ਨਾਲ ਵਧਾਏ ਨੇ, ਸਿੱਧਾ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦੇਣ ਵਾਲਾ ਫੈਸਲਾ ਸਮਝਿਆ ਜਾ ਸਕਦਾ ਹੈ। ਐਂਬੂਲੈਂਸ ਚਾਰਜ 5 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 15 ਰੁਪਏ ਪ੍ਰਤੀ ਕਿਲੋਮੀਟਰ ਵਸੂਲੇ ਜਾਣਗੇ। ਆਖਰਕਾਰ ਐਸੀ ਕਿਹੜੀ ਅੱਗ ਲੱਗ ਗਈ ਕਿ ਇੱਕਦਮ ਤਿਗਣੇ ਚਾਰजेस ਕਰ ਦਿੱਤੇ ਗਏ। ਪੈਟਰੋਲ ਦਾ ਖਰਚਾ ਆਖਰਕਾਰ 5 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 15 ਰੁਪਏ ਕਰ ਦਿੱਤਾ ਗਿਆ। ਵਾਕਈ 'ਚ ਹੀ ਬੇहद ਵੱਡੀ ਬੇਸ਼ਰਮੀ ਇਸ ਨੂੰ ਕਿਹਾ ਜਾ ਸਕਦਾ ਹੈ ਸਰਕਾਰੀ ਤੰਤਰ ਦੀ ਕਿ ਇੱਕ ਪਾਸੇ ਤਾਂ ਕਰੋਨਾ ਤੋਂ ਲੋਕਾਂ ਨੂੰ ਬਚਾਉਣ ਦੀ ਗੱਲ ਆਖੀ ਜਾ ਰਹੀ ਹੈ, ਦੂਜੇ ਪਾਸੇ ਸਿਹਤ ਸੇਵਾਵਾਂ ਦੀ ਅਜਿਹੀ ਵਿਗੜਦੀ ਹਾਲਤ ਵਾਕਈ 'ਚ ਸ਼ਰਮਸਾਰ ਕਰ ਦੇਣ ਵਾਲੀ ਹੈ। ਕੋਰੋਨਾ ਦੇ ਝੰਬੇ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੀ ਰਾਹਤ ਦੇਣ ਦੇ ਮੂਡ ਵਿੱਚ ਨਹੀਂ ਹੈ। ਪਹਿਲਾਂ ਤੋਂ ਹੀ ਆਰਥਿਕ ਤੰਗੀ ਵਿੱਚ ਨੇ ਲੋਕ ਤੇ ਹੁਣ ਪੰਜਾਬ ਸਰਕਾਰ ਨੇ ਸਰਕਾਰੀ ਹਸਪਤਾਲ ਦੀਆਂ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ। ਸਰਕਾਰ ਵੱਲੋਂ ਲੋਕਾਂ ਨੂੰ ਦਿੱਤਾ ਜਾਂਦਾ ਸਸਤਾ ਇਲਾਜ ਵੀ ਖੋਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਤਾਂ ਮਰਨ ਤੋਂ ਬਾਅਦ ਵੀ ਬੰਦਿਆਂ ਨੂੰ ਨਹੀਂ ਬਖਸ਼ਿਆ। ਪੋਸਟਮਾਰਟਮ ਸਰਟੀਫਿਕੇਟ ਤੱਕ ਦੀ ਫੀਸ ਜੋ ਹੈ ਵਧਾ ਦਿੱਤੀ ਗਈ ਹੈ। ਮਕਸਦ ਇੱਕੋ ਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਖਜ਼ਾਨਾ ਭਰਿਆ ਜਾਵੇ। ਹੋਰ ਜੋ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਉਹ ਵੀ ਤੁਹਾਨੂੰ ਦੱਸਦੇ ਹਾਂ। ਐਂਬੂਲੈਂਸ ਦਾ ਨਵਾਂ ਰੇਟ 15 ਰੁਪਏ ਪ੍ਰਤੀ ਕਿਲੋਮੀਟਰ ਹੈ, ਜਦਕਿ ਪੁਰਾਣਾ ਰੇਟ 5 ਰੁਪਏ ਪ੍ਰਤੀ ਕਿਲੋਮੀਟਰ ਸੀ। OPD ਰਜਿਸਟ੍ਰੇਸ਼ਨ ਦਾ ਪੁਰਾਣਾ ਰੇਟ 5 ਰੁਪਏ ਸੀ, ਜੋ ਕਿ ਹੁਣ ਵਧਾ ਕੇ 10 ਰੁਪਏ ਕਰ ਦਿੱਤਾ ਗਿਆ। ਮਰੀਜ਼ਾਂ ਦੀ ਦਾਖਲਾ ਫੀਸ ਪਹਿਲਾਂ 25 ਰੁਪਏ ਸੀ, ਜਿਸ ਤੇ ਹੁਣ ਨਵੇਂ ਰੇਟ ਦੇ ਮੁਤਾਬਕ 40 ਰੁਪਏ ਵਸੂਲੇ ਜਾਣਗੇ। ਬੈੱਡ ਦੀ ਫੀਸ ਪ੍ਰਤੀ ਦਿਨ 30 ਰੁਪਏ ਤੋਂ ਵਧਾ ਕੇ 40 ਰੁਪਏ ਕਰ ਦਿੱਤੀ ਗਈ ਹੈ। ਛੋਟੀ ਸਰਜਰੀ ਦਾ ਰੇਟ 100 ਰੁਪਏ ਤੋਂ ਵਧਾ ਕੇ 250 ਰੁਪਏ ਕੀਤਾ ਗਿਆ, ਜਦੋਂ ਕਿ ਵੱਡੀ ਸਰਜਰੀ ਦੀ ਫੀਸ 750 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਗਈ। ਡਿਜੀਟਲ ਐਕਸ-ਰੇ ਜਿੱਥੇ ਪਹਿਲਾਂ 120 ਰੁਪਏ ਦਾ ਹੁੰਦਾ ਸੀਗਾ, ਹੁਣ ਇਸ ਦੀ ਕੀਮਤ ਵਧਾ ਕੇ 150 ਰੁਪਏ ਕਰ ਦਿੱਤੀ ਗਈ। ECG ਜਿੱਥੇ ਪਹਿਲਾਂ 60 ਰੁਪਏ ਦੀ ਹੁੰਦੀ ਸੀ, ਉੱਥੇ ਇਸ ਦੀ ਨਵੀਂ ਕੀਮਤ 75 ਰੁਪਏ ਹੋਵੇਗੀ। ਇਸੇ ਤਰ੍ਹਾਂ ਦੇ ਨਾਲ MLR ਤੇ ਹੁਣ 500 ਰੁਪਏ ਵਸੂਲੇ ਜਾਣਗੇ, ਜਦੋਂ ਕਿ ਪਹਿਲਾਂ ਇਸ ਤੇ 300 ਰੁਪਏ ਵਸੂਲੇ ਜਾਂਦੇ ਸਨ। ਅਲਟਰਾਸਾਊਂਡ ਸਕੈਨਿੰਗ ਦੇ ਲਈ ਹੁਣ ਤੁਹਾਨੂੰ 200 ਦੀ ਥਾਂ ਤੇ 250 ਰੁਪਏ ਦੇਣੇ ਹੋਣਗੇ। ਦੰਦਾਂ ਦਾ ਐਕਸ-ਰੇ ਕਰਵਾਉਣ ਦੇ ਲਈ ਪਹਿਲਾਂ ਜਿੱਥੇ 40 ਰੁਪਏ ਲੱਗਦੇ ਸਨ, ਉੱਥੇ ਹੀ ਹੁਣ 50 ਰੁਪਏ ਦੇਣੇ ਹੋਣਗੇ। ICU ਦੇ ਵਿੱਚ ਪਹਿਲਾਂ 150 ਰੁਪਏ ਵਸੂਲੇ ਜਾਂਦੇ ਸਨ, ਜਦਕਿ ਹੁਣ 500 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ ਦੇ ਨਾਲ ਪ੍ਰਾਈਵੇਟ AC ਕਮਰੇ ਦੇ ਲਈ ਹੁਣ 500 ਰੁਪਏ ਦੀ ਥਾਂ 1000 ਰੁਪਏ ਫੀਸ ਲੱਗੇਗੀ। ਸਰਕਾਰ ਦੇ ਫੈਸਲੇ ਤੋਂ ਆਮ ਲੋਕ ਦੁਖੀ ਨਜ਼ਰ ਆ ਰਹੇ ਨੇ। ਸਰਕਾਰ ਨੂੰ ਗਰੀਬ ਵਿਰੋਧੀ ਕਹਿ ਰਹੇ ਨੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਸਰਕਾਰ ਗਰੀਬ ਵਰਗ ਨੂੰ ਮਾਰਨ ਤੇ ਤੁਲੀ ਹੋਈ ਹੈ। ਜਿਹੜਾ ਬਿਮਾਰੀ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਰਾਹਤ ਮਿਲਣੀ ਚਾਹੀਦੀ ਸੀ, ਪਰ ਪੰਜਾਬ ਸਰਕਾਰ ਨੇ ਰਾਹਤ ਦੇਣ ਦੀ ਬਜਾਏ ਜਿਹੜੇ ਆਮ ਪਬਲਿਕ ਹੈ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣਾ ਸੀ, ਉਹਨਾਂ ਦੇ ਜਿਹੜਾ ਐਡਮਿਟ ਹੋਣ ਦਾ ਖਰਚਾ ਜਾਂ ਆਪਰੇਸ਼ਨ ਦਾ ਖਰਚਾ ਉਹ ਦੁੱਗਣੇ ਕਰਤੇ। ਇਸ ਮੁੱਦੇ ਨੂੰ ਪੂਰਾ ਚੱਕਾਂਗੇ ਤੇ ਪੰਜਾਬ ਸਰਕਾਰ ਦੇ ਨੱਕ 'ਚ ਦਮ ਕਰਾਂਗੇ, ਕਿਉਂ ਆਮ ਲੋਕ ਨੇ ਜਿਹੜਾ ਉਹਨਾਂ ਦੀ ਇਲਾਜ ਜਿਹੜੀ ਪਹੁੰਚ ਤੋਂ ਬਾਹਰ ਹੋ ਗਿਆ ਜੀ ਇਹ। ਸੋ ਇਹ ਬਹੁਤ ਵੱਡਾ ਇਸ਼ੂ ਹੈ ਪੰਜਾਬ ਦੇ ਆਮ ਲੋਕਾਂ ਦੇ ਲਈ। ਕੋਈ ਤਾਂ ਕਰੋਨਾ ਨੇ ਮਾਰਿਆ ਹੋਇਆ, ਕੁਝ ਮੁੱਖ ਮੰਤਰੀ ਸਾਹਿਬ ਨਹੀਂ ਦਿਖਦੇ। ਆ ਕੇ ਬਾਹਰ ਨਿਕਲਣਾ, ਗਰੀਬਾਂ ਦੀ ਆਵਾਜ਼ ਸੁਣਨਾ। ਇਹ ਜਿੰਨੇ ਇਲਾਜ ਨੇ ਸਾਰੇ ਸਸਤੇ ਕਰਨ ਵੀਰ ਜੀ। ਲੋਕ ਤਾਂ ਮਰੇ ਪਏ ਨੇ, ਲੋਕ ਤਾਂ ਦਵਾਈ ਪਾ ਰਹੇ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਸਹੂਲਤਾਂ ਦੇਣ। ਸਹੂਲਤਾਂ ਦੇਣ ਦੀ ਬਜਾਏ ਸਹੂਲਤਾਂ ਲੈ ਰਹੇ ਨੇ। ਉਧਰ ਸਿਆਸੀ ਜਮਾਤਾਂ ਨੇ ਵੀ ਸਰਕਾਰ ਨੂੰ ਘੇਰਿਆ ਤੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ। ਕਿਹਾ ਕਿ ਸਰਕਾਰ ਜਾਣਬੁੱਝ ਕੇ ਗਰੀਬ ਵਰਗ ਤੇ ਵਾਧੂ ਭਾਰ ਪਾ ਰਹੀ। ਵਿਧਾਇਕ ਖਜ਼ਾਨਾ ਲੁੱਟ ਰਹੇ ਨੇ ਤੇ ਭਰਪਾਈ ਦੀ ਕੋਸ਼ਿਸ਼ ਗਰੀਬ ਵਰਗ ਤੋਂ ਕੀਤੀ ਜਾ ਰਹੀ ਹੈ। ਮਹਿਸੂਸ ਹੁੰਦਾ ਹੈ ਕਿ ਜਿਸ ਤਰੀਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰ ਨੇ ਮਰੀਜ਼ਾਂ ਦੇ ਉੱਤੇ ਚਾਰਜਸ ਵਧਾ ਕੇ ਬੋਝ ਏਡਾ ਵੱਡਾ ਪਾਇਆ, ਉੱਥੋਂ ਸਮਝ ਆਉਂਦਾ ਹੈ ਕਿ ਸਰਕਾਰ ਨੂੰ ਲੋਕਾਂ ਦੀ ਆਰਥਿਕ ਹਾਲਤ ਦਾ ਅੰਦਾਜ਼ਾ। ਆਲਰੇਡੀ ਲੋਕਾਂ ਦੇ ਕਾਰੋਬਾਰ ਬੰਦ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਕੋਲੋਂ ਇਨਵੈਸਟਮੈਂਟ ਜਿਹੜੀ ਸਿਹਤ ਸਹੂਲਤਾਂ 'ਚ ਕਰੇ। ਪਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਪਾ ਰਹੀ ਹੈ। ਮੈਂ ਮੁੱਖ ਮੰਤਰੀ
ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜਾ ਪੈਸਾ ਕੇਂਦਰ ਸਰਕਾਰ ਵੱਲੋਂ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਉਹ ਤੁਸੀਂ ਸਿਹਤ ਸਹੂਲਤਾਂ ਵਾਸਤੇ ਵਰਤੋ। ਜਿਹੜੇ ਪੈਸੇ ਤੁਸੀਂ ਲੋਕਾਂ ਨੂੰ ਲੁਟਾ ਰਹੇ ਹੋ ਆਪਣੇ ਐਕਸਾਈਜ਼ ਦੇ ਮਹਿਕਮੇ ਦੇ ਵਿੱਚ ਸਹੀ ਇੰਤਜ਼ਾਮ ਨਾ ਹੋਣ ਕਰਕੇ ਉਹ ਰਿਕਵਰ ਕਰੋ। ਦੁਰਭਾਗੇ ਦੀ ਗੱਲ ਹੈ ਕਿ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਦੇ ਮੈਡੀਕਲ ਵਿਭਾਗ ਦੇ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਦੀ ਜਿਹੜੀ ਟੀਮ ਹੈ ਉਹਨੇ OPD ਦਾ ਰੇਟ ਹੋਵੇ, ਐਕਸਟਰਾ ਦਾ ਰੇਟ ਹੋਵੇ, ਲੈਬੋਰਟਰੀ ਦਾ ਰੇਟ ਹੋਵੇ 2 ਗੁਣਾ ਕਰ ਦਿੱਤਾ। ਕੈਪਟਨ ਸਾਹਿਬ ਸਰਕਾਰੀ ਹਸਪਤਾਲਾਂ 'ਚ ਗਰੀਬ ਇਲਾਜ ਕਰਾਉਂਦਾ ਹੈ, ਤੁਸੀਂ ਉਹਦੇ ਰੇਟ 2 ਗੁਣਾ ਕਰਤੇ। ਹੈਲਥ ਸਰਵਿਸਿਜ਼ ਦੀ ਸੁਵਿਧਾਵਾਂ ਦੇਣ ਦੀ ਬਜਾਏ ਹੈਲਥ ਸਰਵਿਸਿਜ਼ ਮਹਿੰਗੀਆਂ ਕੀਤੀਆਂ ਜਾ ਰਹੀਆਂ, ਜਿਹੜਾ ਕਿ ਦੁਰਭਾਗਿਆਪੂਰਨ ਔਰ ਗਰੀਬਾਂ ਦੇ ਨਾਲ ਮਜ਼ਾਕ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚਾਹੀਦਾ ਹੈ ਕਿ ਇਹ ਸਾਰੇ ਆਰਡਰਸ ਵਾਪਸ ਲੈਣ ਔਰ ਗਰੀਬ ਹਿੱਤ ਦੇ ਵਿੱਚ ਕੰਮ ਕਰਨ। ਇਹ ਸਿਰਫ ਔਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਹੈ ਜਿਸ ਨੇ ਹੈਲਥ ਸਰਵਿਸਿਜ਼ ਦੇ ਵਿੱਚ, ਜੇ ਕਿਸੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ, ਵੈਸੇ ਤਾਂ ਸਰਕਾਰੀ ਹਸਪਤਾਲ ਆਪ ਹੀ ਬਿਮਾਰ ਹੋਏ ਪਏ ਨੇ, ICU ਦੇ ਵਿੱਚ ਨੇ, ਪਰ ਜੇ ਕੋਈ ਭੁੱਲੇ ਭਟਕੇ ਉੱਥੇ ਪਹੁੰਚ ਜਾਂਦਾ ਹੈ ਤੇ ਉਹਨਾਂ ਤੋਂ ਜਿਹੜੇ ਚਾਰजेस ਨੇ ਉਹ ਕਈ ਗੁਣੇ ਵਧਾ ਦਿੱਤੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ। ਮੈਂ ਸਮਝਦਾ ਕਿ ਇਸ ਤੋਂ ਮਾੜਾ ਲੋਕ ਵਿਰੋਧੀ ਫੈਸਲਾ ਅਜਿਹੀ ਮਹਾਮਾਰੀ ਦੇ ਦੌਰਾਨ ਹੋਰ ਕੋਈ ਨਹੀਂ ਹੋ ਸਕਦਾ। ਆਏ ਦਿਨ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਹੁਣ ਆਮ ਲੋਕਾਂ ਤੋਂ ਹੀ ਖਜ਼ਾਨਾ ਭਰਨ ਦੀ ਕੋਸ਼ਿਸ਼ ਵਿੱਚ ਹੈ, ਜਿਸ ਲਈ ਹੁਣ ਸਰਕਾਰੀ ਹਸਪਤਾਲਾਂ 'ਚ ਹੋਣ ਵਾਲਾ ਇਲਾਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ PTC ਨਿਊਜ਼। ਤਾਂ ਵਾਕਈ 'ਚ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਨੂੰ ਮਹਿੰਗਾ ਕਰਕੇ ਇੱਕ ਵੱਡਾ ਝਟਕਾ ਆਮ ਵਰਗ ਨੂੰ ਜ਼ਰੂਰ ਦਿੱਤਾ ਗਿਆ। ਉਧਰ ਸਰਕਾਰੀ ਹਸਪਤਾਲਾਂ 'ਚ ਮਹਿੰਗੇ ਹੋਏ ਇਲਾਜ ਦਾ ਸਿਹਤ ਮੰਤਰੀ ਨੇ ਕੇਂਦਰ ਦੇ ਸਿਰ ਠੀਕਰਾ ਭੰਨ ਦਿੱਤਾ। ਸਿਹਤ ਸਹੂਲਤਾਂ ਸੰਬੰਧੀ ਕੇਂਦਰ ਤੋਂ ਕੋਈ ਵੀ ਮਾਲੀ ਮਦਦ ਨਾ ਮਿਲਣ ਦਾ ਦਾਅਵਾ ਬਲਬੀਰ ਸਿੱਧੂ ਵੱਲੋਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ 1 ਰੁਪਈਏ ਦੀ ਮਦਦ ਵੀ ਨਹੀਂ ਕੀਤੀ। ਵੱਡਾ ਇਲਜ਼ਾਮ ਕੇਂਦਰ ਦੇ ਸਿਰ ਤੇ ਮੜਿਆ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ 1 ਰੁਪਏ ਦੀ ਮਦਦ ਤੱਕ ਨਹੀਂ ਕੀਤੀ, ਸਾਰਾ ਖਰਚਾ ਸੂਬੇ ਨੇ ਖੁਦ ਆਪਣੇ ਸਿਰ ਚੁੱਕਿਆ। ਬਲਬੀਰ ਸਿੱਧੂ ਨੇ ਸਿਹਤ ਸੇਵਾਵਾਂ ਸੰਬੰਧੀ ਹੱਥ ਖੜੇ ਕਰ ਦਿੱਤੇ ਨੇ। ਉਹਨਾਂ ਕਿਹਾ ਕਿ ਜਦ ਤੱਕ ਵੈਕਸੀਨ ਨਹੀਂ ਆਉਂਦੀ ਤਦ ਤੱਕ ਦਿੱਕਤਾਂ ਬਣੀਆਂ ਰਹਿਣਗੀਆਂ। ਵੀਕਐਂਡ ਲਾਕਡਾਊਨ ਸੰਬੰਧੀ ਵੀ ਬਲਬੀਰ ਸਿੱਧੂ ਨੇ ਸਪਸ਼ਟੀਕਰਨ ਦਿੱਤਾ। ਉਹਨਾਂ ਕਿਹਾ ਕਿ ਲਾਕਡਾਊਨ ਸੰਬੰਧੀ ਕੇਂਦਰ ਦੇ ਫੈਸਲੇ ਦੀ ਪਾਲਣਾ ਜ਼ਰੂਰ ਕਰੇਗਾ ਪੰਜਾਬ ਸਰਕਾਰ। ਕੇਂਦਰ ਸਰਕਾਰ ਦੇ ਕੰਟੇਨਮੈਂਟ ਜ਼ੋਨ ਤੋਂ ਬਾਹਰ ਲਾਕਡਾਊਨ ਤੇ ਦੱਸਦੇ ਕਿ ਕੇਂਦਰ ਸਰਕਾਰ ਨੇ ਪਾਬੰਦੀ ਲਈ, ਉਸ ਨੂੰ ਲੈ ਕੇ ਬਲਬੀਰ ਸਿੱਧੂ ਦਾ ਐਲਾਨ ਵੇਖਣ ਨੂੰ ਮਿਲਿਆ। ਪਰ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ, ਤੁਹਾਨੂੰ ਦੱਸ ਦਈਏ, ਸਿਹਤ ਸਹੂਲਤਾਂ ਜਿਸ ਢੰਗ ਦੇ ਨਾਲ ਮਹਿੰਗੀਆਂ ਹੋ ਰਹੀਆਂ ਨੇ, ਕੁਝ ਚਾਰजेस ਵਧਾ ਦਿੱਤੇ ਗਏ ਨੇ। ਬਲਬੀਰ ਸਿੱਧੂ ਨੇ ਹੱਥ ਖੜੇ ਕਰ ਦਿੱਤੇ ਨੇ। ਉੱਪਰੋਂ ਵੱਡੀ ਗੱਲ ਉਹਨਾਂ ਕਹੀ ਹੈ ਕਿ ਕੇਂਦਰ ਸਰਕਾਰ ਨੇ ਉਹਨਾਂ ਨੂੰ 1 ਰੁਪਏ ਦੀ ਮਦਦ ਤੱਕ ਨਹੀਂ ਦਿੱਤੀ। ਗੰਭੀਰ ਇਲਜ਼ਾਮ ਲਾਉਂਦੇ ਵਿਖਾਈ ਦੇ ਰਹੇ ਨੇ ਬਲਬੀਰ ਸਿੱਧੂ ਕੇਂਦਰ ਸਰਕਾਰ ਦੇ ਉੱਪਰ। ਕਿਸੇ ਸਰਕਾਰ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੁੰਦੀ ਕਿ ਉਹ ਕਾਰੋਬਾਰ ਬੰਦ ਹੋਵੇ। ਤੁਹਾਨੂੰ ਪਤਾ ਸਰਕਾਰ ਦਾ 51% ਦਾ ਲਾਸ ਹੈ ਰੈਵਨਿਊ ਦਾ। ਉਹੀ 51% ਜੇ ਪੈਸਾ ਹੋਰ ਆਉਂਦਾ ਤਾਂ ਲੋਕਾਂ ਦੀ ਭਲਾਈ ਵਾਸਤੇ ਖਰਚ ਹੋਣਾ ਸੀ। ਜਿਸ ਸਾਡਾ ਜਿਹੜਾ ਬਾਕੀ ਸਾਰੇ ਕੰਮ ਰੋਕ ਕੇ, ਡਿਵੈਲਪਮੈਂਟ ਰੋਕ ਕੇ ਸਾਰਾ ਪੈਸਾ ਕੋਵਿਡ ਤੇ ਖਰਚਣਾ ਸ਼ੁਰੂ ਹੋਇਆ। ਸੈਂਟਰ ਵੱਲੋਂ ਕੋਈ ਸਾਨੂੰ ਇੱਦਾਂ ਦੀ ਕੋਈ ਮਦਦ ਨਹੀਂ। ਕੋਈ ਕਹਿੰਦਾ ਜੀ 3 ਲੱਖ ਮਿਲਿਆ, ਕੋਈ 4 ਲੱਖ, 1 ਰੁਪਈਏ ਦੀ ਮਦਦ ਸੈਂਟਰ ਵੱਲੋਂ ਨਹੀਂ। ਹਾਲਾਤ ਇਹ ਨੇ ਕਿ ਜਿਹੜੀ ਬਿਮਾਰੀ ਹੈ ਇਹਦੀ ਕੋਈ ਵੈਕਸੀਨ ਤਿਆਰ ਨਹੀਂ ਹੋਈ ਹਾਲ ਤੱਕ। ਹਾਲੇ ਕੋਈ ਵੈਕਸੀਨ ਤਿਆਰ ਨਾ ਹੋਣ ਕਰਕੇ ਅਸੀਂ ਕਿਸੇ ਰਿਜ਼ਲਟ 'ਤੇ ਨਹੀਂ ਪਹੁੰਚ ਸਕੇ। ਦੇਖੋ ਉਹਦੇ 'ਚ ਇਹ ਵੀ ਜੋ ਸੈਂਟਰ ਦੀਆਂ ਗਾਈਡਲਾਈਨ ਹੁੰਦੀਆਂ ਨੇ ਉਹ ਸਾਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਹਿੰਦੁਸਤਾਨ ਇੱਕ ਬਹੁਤ ਵੱਡਾ ਕੰਟਰੀ ਹੈ ਔਰ ਡੈਮੋਕ੍ਰੇਟਿਕ ਕੰਟਰੀ ਹੈ। ਜੋ ਫੈਸਲੇ ਸੈਂਟਰ ਗਵਰਨਮੈਂਟ ਕਰਦੀ ਹੈ, ਸੰਵਿਧਾਨ ਦੇ ਮੁਤਾਬਕ ਕਰਦੀ ਹੈ, ਉਹ ਫੈਸਲੇ ਸਾਰੇ 'ਤੇ ਲਾਗੂ ਹੋਣਗੇ।